ਹੈਲੋ एवरीवन। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਹੁਤ ਹੀ ਹਾਰਟ ਟਚਿੰਗ ਸਟੋਰੀ ਨੂੰ ਡਿਸਕਸ ਕਰਾਂਗੇ ਜਿਸ ਦਾ ਨਾਮ ਹੈ ਦ ਸਟੋਰੀ ਆਫ ਮਾਈ ਲਾਈਫ। ਇਹ ਸਟੋਰੀ ਹੈ ਹੈਲਨ ਕੈਲਰ ਦੀ ਲਾਈਫ ਦੀ। ਹੈਲਨ ਕੈਲਰ ਦਾ ਨਾਮ ਤੁਸੀਂ ਵੀ ਸੁਣਿਆ ਹੋਵੇਗਾ। ਇਸ ਬਿਊਟੀਫੁਲ ਵਰਕ ਨੂੰ ਅਰਲੀ 1900 ਦੇ ਵਿੱਚ ਲਿਖਿਆ ਗਿਆ ਸੀ ਤੇ 1903 ਦੇ ਵਿੱਚ ਇਸ ਨੂੰ ਪਬਲਿਸ਼ ਕਰਵਾਇਆ ਗਿਆ ਸੀ। ਬਾਲੀਵੁੱਡ ਵਿੱਚ ਇੱਕ ਫਿਲਮ ਵੀ ਬਣ ਚੁੱਕੀ ਹੈ ਹੈਲਨ ਕੈਲਰ ਦੀ ਲਾਈਫ ਤੇ, ਬਲੈਕ। ਅਮਿਤਾਭ ਬੱਚਨ ਤੇ ਰਾਣੀ ਮੁਖਰਜੀ ਦੀ ਫਿਲਮ ਹੈ। ਤੁਸੀਂ ਉਸ ਫਿਲਮ ਨੂੰ ਵੀ ਜ਼ਰੂਰ ਦੇਖੋ। ਬਹੁਤ ਹੀ ਸੈਂਸਿਟਿਵ ਤੇ ਇੰਟਰਸਟਿੰਗ ਵਰਕ ਹੈ ਇਹ। ਸਭ ਤੋਂ ਪਹਿਲਾਂ ਥੋੜੀ ਜਿਹੀ ਇੰਟਰੋਡਕਸ਼ਨ ਅਬਾਊਟ ਹੈਲਨ ਕੈਲਰ। ਹੈਲਨ ਕੈਲਰ ਇੱਕ ਆਥਰ ਸੀ, ਪੋਲੀਟੀਕਲ ਐਕਟਿਵਿਸਟ ਸੀ ਤੇ ਇੱਕ ਲੈਕਚਰਰ ਵੀ ਸੀ ਤੇ ਪਹਿਲੀ ਇਹੋ ਜਿਹੀ ਇਨਸਾਨ ਸੀ ਜੋ ਬਲਾਈਂਡ ਤੇ ਡੈਫ ਹੋਣ ਦੇ ਬਾਵਜੂਦ ਜਿਸ ਨੇ BA ਦੀ ਡਿਗਰੀ ਹਾਰਵਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ। BA ਕਰਦੇ ਕਰਦੇ ਹੀ ਉਸਨੇ ਦ ਸਟੋਰੀ ਆਫ ਮਾਈ ਲਾਈਫ ਨੂੰ ਲਿਖਿਆ। ਹੈਲਨ ਕੈਲਰ ਦਾ ਜਨਮ 27 ਜੂਨ 1880 ਵਿੱਚ ਅਮਰੀਕਾ ਵਿੱਚ ਟਸਕੰਬੀਆ ਵਿੱਚ ਹੋਇਆ। ਹੈਲਨ ਦੀ ਸ਼ੁਰੂਆਤੀ ਜ਼ਿੰਦਗੀ ਨਾਰਮਲ ਬੱਚਿਆਂ ਵਰਗੀ ਹੀ ਸੀ, ਪਰ ਜਦੋਂ 19 ਮਹੀਨੇ ਦੀ ਹੋਈ ਤਾਂ ਉਸਨੂੰ ਤੇਜ਼ ਬੁਖਾਰ ਹੋ ਗਿਆ। ਉਸ ਦੇ ਪੇਰੈਂਟਸ ਤੇ ਡਾਕਟਰ ਨੂੰ ਲੱਗਿਆ ਕਿ ਉਹ ਬਚ ਨਹੀਂ ਸਕਦੀ। ਉਹ ਸਰਵਾਈਵ ਤਾਂ ਕਰ ਗਈ, ਬੁਖਾਰ ਤਾਂ ਉਤਰ ਗਿਆ, ਪਰ ਉਸ ਦੀ ਜ਼ਿੰਦਗੀ ਨੂੰ ਨਰਕ ਵਰਗਾ ਬਣਾ ਗਿਆ। ਉਹ ਨਾ ਹੀ ਸੁਣ ਸਕਦੀ ਸੀ, ਨਾ ਹੀ ਬੋਲ ਸਕਦੀ ਸੀ। ਸੋ ਦ ਸਟੋਰੀ ਆਫ ਮਾਈ ਲਾਈਫ ਇੱਕ ਇਹੋ ਜਿਹੀ ਵਿਕਲਾਂਗ ਲੜਕੀ ਦੀ ਕਹਾਣੀ ਹੈ ਜੋ ਨਾ ਦੇਖ ਸਕਦੀ ਹੈ, ਨਾ ਸੁਣ ਸਕਦੀ ਹੈ ਤੇ ਨਾ ਹੀ ਬੋਲ ਸਕਦੀ ਹੈ। ਆਪਣੀਆਂ ਕਮੀਆਂ ਦੇ ਬਾਵਜੂਦ ਵੀ ਉਸਨੇ ਫੁੱਲਰ ਤੇ ਐਡਵੈਂਚਰਸ ਲਾਈਫ ਗੁਜ਼ਾਰੀ ਤੇ ਸਮਾਜ ਤੇ ਇਸ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਪਾਇਆ। ਦ ਸਟੋਰੀ ਆਫ ਮਾਈ ਲਾਈਫ ਇਜ਼ ਅ ਸੋਰਸ ਆਫ ਇੰਸਪੀਰੇਸ਼ਨ ਫॉर ਵਨ ਐਂਡ ਆਲ। ਤੇ ਆਓ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਐਜੂਕੇਸ਼ਨ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦਿੱਤਾ। Let's read the chapter, The Story of My Life. The most important day I remember in all my life is the one on which my teacher, Annie Mansfield Sullivan, came to me. I am filled with wonder when I consider the immeasurable contrasts between the two lives which it connects. It was the 3rd of March, 1887, 3 months before I was 7 years old. ਹੈਲਨ ਕੈਲਰ ਯਾਦ ਕਰ ਰਹੀ ਹੈ ਉਸ ਦਿਨ ਨੂੰ ਜਿਸ ਦਿਨ ਉਸ ਦੀ ਟੀਚਰ ਉਸ ਦੀ ਜ਼ਿੰਦਗੀ ਦੇ ਵਿੱਚ ਆਈ ਤੇ ਉਹ ਕਹਿੰਦੀ ਹੈ ਕਿ ਉਹ ਦਿਨ ਮੇਰੀ ਪੂਰੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਸੀ ਜਦੋਂ ਮਿਸ ਐਨੀ ਸੁਲੇਵਾਨ ਉਸ ਦੀ ਜ਼ਿੰਦਗੀ ਦੇ ਵਿੱਚ ਆਈ। ਤੇ ਉਹ ਕਹਿੰਦੀ ਹੈ ਕਿ ਮੈਨੂੰ ਬਹੁਤ ਹੀ ਹੈਰਾਨੀ ਹੁੰਦੀ ਹੈ ਜਦੋਂ ਮੈਂ ਦੋ ਜ਼ਿੰਦਗੀਆਂ ਵਿਚਕਾਰ ਨਾ ਮਾਪੇ ਜਾਣ ਵਾਲੇ ਅੰਤਰ ਬਾਰੇ ਵਿਚਾਰ ਕਰਦੀ ਹੈ ਜੋ ਇਸ ਨੂੰ ਜੋੜਦਾ ਹੈ। ਉਹ ਦੋ ਜ਼ਿੰਦਗੀਆਂ ਕਿਹੜੀਆਂ ਗੱਲ ਕਰ ਰਹੀ ਹੈ? ਉਹਦੀ ਟੀਚਰ ਦੇ ਆਉਣ ਤੋਂ ਪਹਿਲਾਂ ਤੇ ਦੂਸਰੀ ਉਸ ਦੀ ਟੀਚਰ ਦੇ ਆਉਣ ਤੋਂ ਬਾਅਦ। ਇਹ 3 ਮਾਰਚ 1887 ਦਾ ਦਿਨ ਸੀ। ਉਸ ਵੇਲੇ ਹੈਲਨ ਦੀ ਉਮਰ 7 ਸਾਲ ਹੋਣ ਤੋਂ 3 ਮਹੀਨੇ ਘੱਟ ਸੀ। ਜੀ ਬੇਟਾ, ਇਸ ਵੀਡੀਓ ਨੂੰ ਸ਼ਾਰਟ ਕਰਨ ਦੇ ਲਈ ਮੈਂ ਇਸ ਚੈਪਟਰ ਦੇ ਕੁਝ ਮੇਨ ਐਕਸਟ੍ਰੈਕਟ ਹੀ ਲਵਾਂਗੀ। On the afternoon of that eventful day, I stood on the porch, dumb, expectant. I guessed vaguely from my mother's signs and from the hurrying to and fro in the house that something unusual was about to happen. So I went to the door and waited on the steps. My fingers lingered almost unconsciously on the familiar leaves and blossoms which had just come forth to greet the sweet southern spring. ਉਹ ਉਸ ਦਿਨ ਨੂੰ ਈਵੈਂਟਫੁਲ ਡੇ ਕਹਿ ਰਹੀ ਹੈ। ਉਹ ਖਾਸ ਦਿਨ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਘਟਨਾ ਵਾਪਰੀ ਤਾਂ ਕਹਿੰਦੀ ਉਸ ਦਿਨ ਮੈਂ ਪੋਰਚ ਦੇ ਵਿੱਚ ਚੁੱਪਚਾਪ ਖੜੀ ਕੁਝ ਉਮੀਦ ਕਰ ਰਹੀ ਸੀ। ਮੈਨੂੰ ਆਪਣੇ ਮਦਰ ਦੇ ਕਾਹਲੀ ਨਾਲ ਇੱਧਰ ਉੱਧਰ ਜਾਣ ਤੋਂ, ਉਹਦੇ ਇਸ ਇਸ਼ਾਰਿਆਂ ਤੋਂ ਇਹ ਲੱਗਿਆ ਕਿ ਅੱਜ ਕੋਈ ਖਾਸ ਵਾਪਰਨ ਵਾਲਾ ਹੈ ਤੇ ਉਹ ਨੇਚਰ ਨੂੰ
ਪੱਤਿਆਂ ਨੂੰ, ਫੁੱਲਾਂ ਨੂੰ ਹੱਥ ਲਗਾ ਕੇ ਸੈਂਸ ਕਰ ਰਹੀ ਹੈ, ਉਹਨੂੰ ਘਰ ਦਾ ਇਨਵਾਇਰਮੈਂਟ ਹੈ ਜਿਹੜਾ ਉਹ ਬਿਲਕੁਲ ਡਿਫਰੈਂਟ ਫੀਲ ਹੋ ਰਿਹਾ ਹੈ। Have you ever been at sea in a dense fog when it seemed as if a tangible white darkness shut you in, and the great ship, tense and anxious, groped her way towards the shore with plummet and sounding line, and you waited with beating heart for something to happen? I was like that ship before my education began, only I was without compass or sounding line and had no way of knowing how near the harbor was. Light, give me light, was the wordless cry of my soul, and the light of love shone on me in that very hour. ਹੈਲਨ ਕੈਲਰ ਪੁੱਛਦੀ ਹੈ ਕਿ ਕੀ ਤੁਸੀਂ ਕਦੇ ਗਹਿਰੀ ਧੁੰਦ ਦੇ ਵਿੱਚ ਸਮੁੰਦਰ ਦੇ ਵਿੱਚ ਗਏ ਹੋ ਅਤੇ ਕਦੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਇਆ ਹੈ ਕਿ ਸਫੈਦ ਹਨੇਰੇ ਨੇ ਤੁਹਾਨੂੰ ਘੇਰ ਲਿਆ ਹੋਵੇ ਅਤੇ ਇੱਕ ਬਹੁਤ ਹੀ ਮਹਾਨ ਸਮੁੰਦਰੀ ਜਹਾਜ਼ ਬੜਾ ਬੇਚੈਨ ਹੈ ਅਤੇ ਚਿੰਤਾ ਦੇ ਵਿੱਚ ਹੈ, ਉਹਨੇ ਕਿਨਾਰੇ ਵੱਲ ਨੂੰ ਜਾਣਾ ਹੈ ਅਤੇ ਉੱਪਰ ਉੱਠਦੀਆਂ ਲਹਿਰਾਂ ਅਤੇ ਗਹਿਰਾਈ ਮਾਪਣ ਵਾਲੇ ਯੰਤਰ ਦੇ ਨਾਲ ਉਹ ਆਪਣਾ ਰਸਤਾ ਲੱਭ ਰਿਹਾ ਹੋਵੇ ਅਤੇ ਤੁਸੀਂ ਧੜਕਦੇ ਹੋਏ ਦਿਲ ਦੇ ਨਾਲ ਕਿਸੇ ਚੀਜ਼ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਵੋ। ਸੁੰਦਰ ਕੰਟਰਾਸਟ ਦਿੱਤਾ ਹੈ ਵਾਈਟ ਹਨੇਰਾ, ਹਨੇਰਾ ਵੀ ਹੈ ਪਰ ਉਹ ਵਾਈਟ ਹੈ। ਉਹ ਦੱਸਦੀ ਹੈ ਕਿ ਬਿਫੋਰ ਮਾਈ ਐਜੂਕੇਸ਼ਨ ਆਈ ਵਾਜ਼ ਲਾਈਕ ਦੈਟ ਸ਼ਿਪ। ਮੇਰੀ ਜ਼ਿੰਦਗੀ ਐਜੂਕੇਸ਼ਨ ਤੋਂ ਬਿਨਾਂ ਕੀ ਸੀ? ਇੱਕ ਇਹੋ ਜਿਹੀ ਸ਼ਿਪ ਜਿਹਦੀ ਕੋਈ ਦਿਸ਼ਾ ਨਹੀਂ ਸੀ, ਜਿਹਨੂੰ ਇਹ ਨਹੀਂ ਸੀ ਪਤਾ ਕਿ ਬੰਦਰਗਾਹ ਕਿੰਨੀ ਨਜ਼ਦੀਕ ਹੈ। ਤਾਂ ਉਸ ਵੇਲੇ ਉਹ ਕਹਿੰਦੀ ਮੇਰੇ ਅੰਦਰ ਦੀ ਆਤਮਾ ਦੀ ਇੱਕੋ ਹੀ ਪੁਕਾਰ ਸੀ, ਰੌਸ਼ਨੀ, ਮੈਨੂੰ ਰੌਸ਼ਨੀ ਦਿਓ। ਤਾਂ ਉਸ ਵੇਲੇ ਉਸ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਬਣ ਕੇ ਕੌਣ ਆਇਆ? ਉਸ ਦੀ ਟੀਚਰ ਐਨੀ ਸੁਲੇਵਾਨ ਉਸ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਬਣ ਕੇ ਆਈ। The morning after my teacher came, she led me into her room and gave me a doll. The little blind children at the Perkins Institution had sent it, and Laura Bridgman had dressed it. When I had played with it a little while, Miss Sullivan slowly spelled into my hand the word DOLL. ਜਦੋਂ ਸਵੇਰੇ ਮੇਰੀ ਟੀਚਰ ਆਈ ਤਾਂ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਅਤੇ ਮੈਨੂੰ ਇੱਕ ਡਾਲ ਦੇ ਦਿੱਤੀ। ਪਰਕਿੰਸ ਇੰਸਟੀਟਿਊਸ਼ਨ ਦੇ ਬਲਾਈਂਡ ਬੱਚਿਆਂ ਨੇ ਇਸ ਡਾਲ ਨੂੰ ਭੇਜਿਆ ਸੀ ਅਤੇ ਲੌਰਾ ਬ੍ਰਿਜਮੈਨ ਨੇ ਇਸ ਨੂੰ ਤਿਆਰ ਕੀਤਾ ਸੀ। ਹੈਲਨ ਦੱਸਦੀ ਹੈ ਕਿ ਜਦੋਂ ਥੋੜ੍ਹੀ ਦੇਰ ਉਸ ਡਾਲ ਨਾਲ ਖੇਡ ਲਿਆ ਤਾਂ ਫਿਰ ਮਿਸ ਸੁਲੇਵਾਨ ਨੇ ਹੌਲੀ ਜਿਹੀ ਉਸ ਦੇ ਹੱਥ ਦੇ ਉੱਪਰ DOLL ਲਿਖ ਦਿੱਤਾ। ਤਾਂ ਇਸ ਤਰ੍ਹਾਂ ਉਸ ਨੂੰ ਇਹ ਜਿਹੜਾ ਫਿੰਗਰ ਪਲੇ ਸੀਗਾ ਬਹੁਤ ਹੀ ਵਧੀਆ ਲੱਗਿਆ ਅਤੇ ਉਸਨੇ ਇਸ ਦੀ ਨਕਲ ਕਰਕੇ ਅੱਖਰਾਂ ਨੂੰ ਲਿਖਣਾ ਸਿੱਖਿਆ। ਇਸੇ ਤਰੀਕੇ ਦੇ ਨਾਲ ਉਸਨੇ ਕੁਝ ਵਰਡਸ ਪਿਨ, ਹੈਟ, ਕੱਪ ਆਦਿ ਨੂੰ ਲਿਖਣਾ ਸਿੱਖਿਆ ਅਤੇ ਫਿਰ ਉਸਨੇ ਕੁਝ ਵਰਬਸ ਜਿਸ ਤਰ੍ਹਾਂ ਕਿ ਸਿਟ, ਸਟੈਂਡ ਅਤੇ ਵਾਕ ਆਦਿ ਸ਼ਬਦਾਂ ਨੂੰ ਲਿਖਣਾ ਸਿੱਖਿਆ। ਫਿਰ ਹੈਲਨ ਦੱਸਦੀ ਹੈ ਕਿ ਇੱਕ ਦਿਨ ਮੱਗ ਅਤੇ ਵਾਟਰ ਸ਼ਬਦਾਂ ਦੇ ਲਈ ਉਸਦੀ ਟੀਚਰ ਦੇ ਨਾਲ ਤਕਰਾਰ ਹੋ ਗਿਆ। ਸੁਲੇਵਾਨ ਮੈਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੱਗ ਮੱਗ ਹੈ ਅਤੇ ਪਾਣੀ ਪਾਣੀ ਹੈ, ਪਰ ਮੈਂ ਆਪਣੀ ਜਿੱਦ ਦੇ ਨਾਲ ਦੋਹਾਂ ਨੂੰ ਗਲਤ ਮਲਤ ਦੱਸ ਰਹੀ ਸੀ। ਉਸ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਨਾਲ ਮੈਂ ਬੇਚੈਨ ਹੋ ਗਈ ਅਤੇ ਡਾਲ ਨੂੰ ਜ਼ਮੀਨ ਉੱਤੇ ਪਟਕ ਦਿੱਤਾ। We walked down the path to the well house. Someone was drawing water and my teacher placed my hand under the spout. As the cool stream gushed over one hand, she spelled into the other the word water, first slowly, then rapidly, my whole attention fixed upon the motions of her fingers. I knew then that WATER meant the wonderful cool something that was flowing over my hand. That living word awakened my soul, gave it light, hope, and joy.
ਤੇ ਫਿਰ ਮੈਨੂੰ ਉਹ ਵੈਲ ਹਾਊਸ 'ਤੇ ਲੈ ਗਈ। ਉੱਥੇ ਕੋਈ ਪਾਣੀ ਖਿੱਚ ਰਿਹਾ ਸੀ ਤਾਂ ਮੇਰੀ ਟੀਚਰ ਨੇ ਮੇਰਾ ਹੱਥ ਪ੍ਰਣਾਲੀ ਦੇ ਹੇਠਾਂ ਕਰ ਦਿੱਤਾ। ਜਿਉਂ ਹੀ ਠੰਡੇ ਪਾਣੀ ਦੀ ਧਾਰ ਮੇਰੇ ਹੱਥ ਦੇ ਉੱਤੇ ਚੱਲੀ ਤਾਂ ਉਹਨੇ ਮੇਰੇ ਹੱਥ ਦੇ ਉੱਪਰ WATER ਲਿਖ ਦਿੱਤਾ। ਪਹਿਲਾਂ ਹੌਲੀ ਹੌਲੀ ਲਿਖਿਆ ਤੇ ਫਿਰ ਤੇਜ਼ੀ ਦੇ ਨਾਲ। ਤਾਂ ਉਸ ਵੇਲੇ ਮੇਰਾ ਸਾਰਾ ਧਿਆਨ ਜਿਹੜਾ ਸੀਗਾ ਉਹਦੀਆਂ ਉਂਗਲਾਂ ਦੀ ਹਰਕਤ ਦੇ ਵੱਲ ਲੱਗਿਆ ਹੋਇਆ ਸੀ। ਮੈਂ ਸੋਚ ਰਹੀ ਸੀ, ਧਿਆਨ ਮੇਰਾ ਉੱਧਰ ਸੀ ਕਿ ਉਹ ਮੇਰੇ ਹੱਥ ਦੇ ਉੱਪਰ ਕੀ ਲਿਖ ਰਹੀ ਹੈ। ਮੈਨੂੰ ਪਤਾ ਚੱਲ ਗਿਆ ਕਿ WATER ਦਾ ਮਤਲਬ ਇਹ ਹੈਰਾਨ ਕਰ ਦੇਣ ਵਾਲੀ ਕੋਈ ਠੰਡੀ ਜਿਹੀ ਚੀਜ਼ ਸੀਗੀ ਜਿਹੜੀ ਕਿ ਮੇਰੇ ਹੱਥ ਦੇ ਉੱਤੇ ਪੈ ਰਹੀ ਸੀ। ਇਸ ਜਿਉਂਦੇ ਜਿਹੇ ਸ਼ਬਦ ਨੇ ਮੇਰੀ ਆਤਮਾ ਨੂੰ ਜਗਾ ਦਿੱਤਾ, ਉਸ ਨੂੰ ਰੌਸ਼ਨੀ ਦਿੱਤੀ, ਉਮੀਦ ਦਿੱਤੀ। I left the well house eager to learn. Everything had a name, and each name gave birth to a new thought. I learned a great many new words that day. Mother, father, sister, teacher. ਮੈਂ ਹੋਰ ਚੀਜ਼ਾਂ ਸਿੱਖਣ ਦੇ ਲਈ ਉਤਸੁਕ ਸੀ, ਇਸ ਲਈ ਮੈਂ ਖੂਹ ਕੋਲੋਂ ਚਲੀ ਗਈ। ਮੈਨੂੰ ਇਹ ਪਤਾ ਲੱਗ ਗਿਆ ਕਿ ਹਰ ਇੱਕ ਚੀਜ਼ ਦਾ ਨਾਮ ਹੁੰਦਾ ਹੈ ਅਤੇ ਹਰ ਇੱਕ ਨਾਮ ਨਵੇਂ ਵਿਚਾਰ ਨੂੰ ਜਨਮ ਦਿੰਦਾ ਹੈ। ਮੈਂ ਕਈ ਨਵੇਂ ਸ਼ਬਦ ਸਿੱਖੇ। ਸਾਰੇ ਤਾਂ ਮੈਨੂੰ ਉਸ ਦਿਨ ਯਾਦ ਨਹੀਂ, ਪਰ ਕੁਝ ਕੁ ਸ਼ਬਦ ਜੋ ਮੈਨੂੰ ਯਾਦ ਹੈ ਉਹ ਹਨ ਮਦਰ, ਫਾਦਰ, ਟੀਚਰ, ਸਿਸਟਰ। This eventful day left her very happy, and for the first time she longed for a new day to come. ਇਹ ਜਿਹੜਾ ਈਵੈਂਟਫੁਲ ਡੇ ਸੀ, ਇਸ ਨੇ ਉਸ ਨੂੰ ਬਹੁਤ ਖੁਸ਼ੀ ਦਿੱਤੀ ਅਤੇ ਪਹਿਲੀ ਵਾਰ ਸੀ ਕਿ ਉਹ ਇੱਕ ਨਵੇਂ ਦਿਨ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ। ਇਹ ਸੀ ਆਪਣਾ ਚੈਪਟਰ ਦ ਸਟੋਰੀ ਆਫ ਮਾਈ ਲਾਈਫ। ਇਫ ਯੂ ਲਾਈਕ ਦਿਸ ਵੀਡੀਓ then share and subscribe my channel Suresh Gupta. Thank you.